ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫੇਰ ਤੋਂ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਪ੍ਰਭੂ ਯਿਸੂ ਜੀ ਦੇ ਵਿੱਚ ਭਲੇ ਚੰਗੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਤੁਹਾਡੇ ਨਾਲ ਰੂਬਰੂ ਹੋ ਸਕੀਏ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖ ਰਹੇ ਸੀ ਕਿ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰੇ ਤਾਂ ਤੁਸੀਂ ਉਹਨਾਂ ਨੂੰ ਕਿਸ ਪ੍ਰਕਾਰ ਨਾਲ ਜਵਾਬ ਦੇਵੋਗੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੱਤੀ ਦੀ ਅੰਜੀਲ ਦੇ 5 ਅਧਿਆਏ ਦੀ 43 ਆਇਤ ਤੋਂ ਲੈ ਕੇ 47 ਆਇਤ ਤੱਕ ਦੇ ਵਚਨਾਂ ਨੂੰ ਵੇਖਾਂਗੇ। ਸਾਡਿਆਂ ਵਿੱਚੋਂ ਕਈਆਂ ਦੇ ਲਈ ਇਸ ਦਾ ਸਿਰਲੇਖ ਹੋ ਸਕਦਾ ਹੈ ਮਿਸ਼ਨ ਅਸੰਭਵ, ਕਿਉਂਕਿ ਪਹਾੜੀ ਉਪਦੇਸ਼ ਦੀਆਂ ਅੱਜ ਦੀਆਂ ਆਇਤਾਂ ਦੇ ਅਨੁਸਾਰ ਪਰਮੇਸ਼ਵਰ ਅੱਜ ਸਾਨੂੰ ਉਹ ਸਿਖਾਉਣ ਜਾ ਰਿਹਾ ਜਿਸ ਨੂੰ ਕਰਨਾ ਸਾਡੇ ਲਈ ਮੁਸ਼ਕਿਲ ਜਾਪਦਾ ਹੋ ਸਕਦਾ। ਸਾਡੇ ਅੱਜ ਦੇ ਅਧਿਐਨ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਗੱਲ ਯਾਦ ਦਿਵਾਉਣਾ। ਨੰਬਰ 2, ਮੰਗ। ਨੰਬਰ 3, ਜ਼ਿੰਮੇਦਾਰੀ। ਇਸ ਦੇ ਅਧੀਨ ਅਸੀਂ ਜਾਣਾਂਗੇ ਕਿ ਉਹ ਆਪਣੇ ਸ਼ਰਾਪ ਦੇਣ ਵਾਲਿਆਂ ਨੂੰ ਵੀ ਆਸ਼ੀਸ਼ ਦਿਓ ਤੇ ਜਿਹੜੇ ਤੁਹਾਡੇ ਤੋਂ ਨਫ਼ਰਤ ਕਰਦੇ ਹਨ ਉਹਨਾਂ ਦੇ ਨਾਲ ਭਲਾਈ ਕਰੋ ਅਤੇ ਆਪਣੇ ਸ਼ੈਤਾਨ ਵਾਲੇ ਲੋਕਾਂ ਦੇ ਲਈ ਪ੍ਰਾਰਥਨਾ ਕਰੋ। ਸੋ ਦੋਸਤੋ, ਬਿਨਾਂ ਸਮਾਂ ਗਵਾਏ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਕਰਦਾ ਹਾਂ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਗੱਲ ਦੀ ਯਾਦ ਦਿਲਾਉਣਾ। ਨੰਬਰ 2, ਮੰਗ। ਨੰਬਰ 3, ਜ਼ਿੰਮੇਵਾਰੀ। ਭਾਗ ਊੜਾ, ਆਪਣੇ ਸਰਾਪ ਦੇਣ ਵਾਲਿਆਂ ਨੂੰ ਆਸ਼ੀਸ਼ ਦਿਓ ਔਰ ਜੋ ਆਪ ਨੂੰ ਘਿਰਨਾ ਕਰਦੇ ਹਨ ਉਹਨਾਂ ਲਈ ਭਲਾਈ ਕਰੋ। ਭਾਗ ਈੜੀ, ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ। ਨੰਬਰ 4, ਕਾਰਨ। ਸਾਡੇ ਵਿੱਚੋਂ ਕਈਆਂ ਲਈ ਅੱਜ ਦੇ ਸੰਦੇਸ਼ ਦਾ ਸਿਰਲੇਖ ਮਿਸ਼ਨ ਅਸੰਭਵ ਹੋ ਸਕਦਾ ਹੈ, ਕਿਉਂਕਿ ਅਸਲ ਵਿੱਚ ਉਹ ਕੰਮ ਹੈ ਜੋ ਪਰਮੇਸ਼ਰ ਨੇ ਆਪਣੇ ਵਚਨ ਵਿੱਚ ਮੱਤੀ ਦੀ ਅੰਜੀਲ ਦੇ 5 ਅਧਿਆਏ 43 ਵਚਨ ਤੋਂ ਲੈ ਕੇ 48 ਵਚਨ ਵਿੱਚ ਕਦੇ ਵੀ ਪ੍ਰਚਾਰ ਕੀਤੇ ਸਭ ਤੋਂ ਮਹਾਨ ਸੰਦੇਸ਼ ਦਾ ਇੱਕ ਹਿੱਸਾ ਹੋਵੇ, ਜੋ ਕਿ ਇਸ 5ਵੇਂ ਅਧਿਆਏ ਦੇ ਆਖਰ ਵਿੱਚ ਹੈ। ਇੱਕ ਪਲ ਲਈ ਮੇਰੇ ਨਾਲ ਮਿਲ ਕੇ ਸੋਚੋ, ਆਪਣੀ ਕਲਪਨਾ ਦਾ ਇਸਤੇਮਾਲ ਕਰੋ। ਤੁਹਾਡੇ ਵਿੱਚੋਂ ਕੁਝ ਕੁ ਲਈ ਇਹ ਕਲਪਨਾ ਕਰਨੀ ਕਠਿਨ ਨਹੀਂ ਹੋਵੇਗੀ। ਸ਼ਾਇਦ ਜੋ ਮੈਂ ਵਰਣਨ ਕਰਨ ਜਾ ਰਿਹਾ ਹਾਂ ਉਹ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਵਾਪਰ ਚੁੱਕਾ ਹੋਵੇ ਜਿਸ ਨੂੰ ਆਪ ਜਾਣਦੇ ਹੋ। ਆਪ ਇੱਕ ਇਕੱਲਿਆ ਮਹਿਸੂਸ ਕਰਨ ਵਾਲੀ ਅੱਧਕੜਕ ਔਰਤ ਹੋ ਜੋ ਆਖਿਰਕਾਰ ਕਿਸੇ ਯੋਗ ਮਨੁੱਖ ਨੂੰ ਮਿਲ ਗਈ ਹੋ। ਉਹ ਬਹੁਤ ਹੀ ਨਮਰ ਸੁਭਾਅ ਵਿੱਚ ਗੱਲਾਂ ਕਰਦਾ ਹੈ, ਸੰਗੀਤ ਦੀ ਤਰ੍ਹਾਂ ਹੱਸਦਾ ਅਤੇ ਪੂਰੀ ਤਰ੍ਹਾਂ ਸੋਹਣਾ ਮਨੁੱਖ ਹੈ। ਉਹ ਠੰਡੀ ਠੰਡੀ ਹਵਾ ਵਿੱਚ ਆਪ ਦੇ ਨਾਲ ਚੱਲਦਾ ਜਾਂਦਾ ਹੈ ਜੋ ਖੂਬਸੂਰਤ ਫੁੱਲਾਂ ਦੇ ਅਤਰ ਨਾਲ ਲੱਦਿਆ ਪਿਆ ਹੋ ਅਤੇ ਇਕਾਂਤ ਬਰਸੇਤ ਦੇ ਇਸ਼ਾਰਾ ਕਰਦਾ ਹੈ, ਖਾਸ ਤੌਰ ਤੇ ਪੀਲੇ ਰੰਗ ਦੇ। ਉਹ ਇੱਕ ਅੱਛਾ ਐਤਵਾਰ ਦੇ ਸੰਦੇਸ਼ ਵਿੱਚ ਰੁਚੀ ਵਿਖਾਉਂਦਾ ਹੈ ਅਤੇ ਆਪ ਲਈ ਰਾਤ ਦਾ ਖਾਣਾ ਪਕਾਉਂਦਿਆਂ ਇਸ ਦੀ ਸਾਰੀ ਇਮਾਰਤ ਨੂੰ ਦੁਬਾਰਾ ਯਾਦ ਕਰ ਸਕਦਾ ਹੈ। ਉਹ ਤਾਂ ਕਰੀਬ ਇੰਨਾ ਧਿਆਨ ਲਗਾ ਰਿਹਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕੇ। ਇਹ ਮਨੋਹਰ ਮਨੁੱਖ ਆਪ ਨੂੰ ਵਾਅਦੇ ਦੇ ਇਹੋ ਜਿਹੀ ਭਾਵਨਾ ਨਾਲ ਭਰ ਦਿੰਦਾ ਹੈ, ਇੰਨਾ ਜ਼ਿਆਦਾ ਭਰੋਸਾ ਅਤੇ ਪਿਆਰ ਅਤੇ ਤੀਬਰ ਇੱਛਾ ਦੇ ਨਾਲ ਕਿ ਆਪ ਕਦੇ ਵੀ ਉਸ ਨੂੰ ਪੁੱਛਦੀ ਹੀ ਨਹੀਂ ਕਿ ਉਹ ਕਿਉਂ ਸਾਂਝਾ ਬੈਂਕ ਖਾਤਾ ਖੋਲ੍ਹਣਾ ਚਾਹੁੰਦਾ ਹੈ, ਜਦੋਂ ਕਿ ਆਪ ਦੋਨੋਂ ਅਜੇ ਆਪਣੇ ਮਧੂ ਮਹੀਨੇ ਦਾ ਆਨੰਦ ਹੀ ਮਾਣ ਰਹੇ ਹੋ। ਆਪ ਨੂੰ ਪੂਰੀ ਤਰ੍ਹਾਂ ਸਾਫ਼ ਕਰ ਜਾਣ ਤੋਂ ਬਾਅਦ ਉਹ ਨਿਰਦੋਸ਼ ਹੋਣ ਵਾਂਝੂ ਗਾਇਬ ਹੋ ਜਾਂਦਾ ਹੈ ਅਤੇ ਫਿਰ ਸਭ ਤੋਂ ਵੱਧ ਭਲੇ ਜਾਣ ਵਾਲੇ ਲੋਕਾਂ ਦੀ ਸੂਚੀ ਵਿੱਚ ਵੇਖਿਆ ਜਾਂਦਾ ਹੈ, ਜਿਸ ਦੇ 6 ਵੱਖ-ਵੱਖ ਨਾਮ ਅਤੇ 2 ਇਸੇ ਤਰ੍ਹਾਂ ਦੇ ਅਪਰਾਧ ਦਾ ਦੋਸ਼ੀ ਉਹ ਠਹਿਰਾਇਆ ਜਾ ਚੁੱਕਾ ਹੈ। ਆਪ ਇੱਕ ਭਿਆਨਕ ਸੱਚਾਈ ਦਾ ਸਾਹਮਣਾ ਕਰ ਰਹੇ ਹੋ। ਆਪ ਨਾਲ ਧੋਖਾ ਹੋ ਚੁੱਕਾ ਹੈ ਅਤੇ ਆਪ ਨੇ ਇਸ ਨੂੰ ਕਦੇ ਵੀ ਆਉਂਦਿਆਂ ਨਹੀਂ ਸੀ ਵੇਖਿਆ। ਹੁਣ ਆਪ ਲਈ ਕੁਝ ਸਵਾਲ ਹਨ। ਇਸ ਤੋਂ ਪਹਿਲਾਂ ਕਿ ਆਪ ਇਸ ਛੋਟੇ ਕੀੜੇ ਨੂੰ ਸਾਫ਼ ਕਰ ਸਕੋ, ਆਪ ਨੂੰ ਕੀ ਅਨੁਭਵ ਕਰਨਾ ਪੈਣਾ ਹੈ? ਉਸ ਨੂੰ ਤੌਬਾ ਕਰਨ ਲਈ ਕੀ ਕਰਨਾ ਪਵੇਗਾ? ਫਰਜ਼ ਕਰੋ ਕਿ ਆਪ ਨੇ ਕਦੇ ਵੀ ਉਸ ਨੂੰ ਦੁਬਾਰਾ ਵੇਖਿਆ ਹੀ ਨਹੀਂ। ਕੀ ਆਪ ਉਸ ਨੂੰ ਮਾਫ਼ ਕਰ ਸਕਦੇ ਹੋ? ਇੱਕ ਮਸੀਹ ਵਜੋਂ ਕੀ ਤੁਹਾਨੂੰ ਉਸ ਨੂੰ ਮਾਫ਼ ਕਰਨਾ ਪੈਣਾ ਹੈ? ਕੀ ਦੇਸ਼ ਦਰੋਹੀਆਂ ਲਈ ਮਾਫ਼ੀ ਹੱਦੋਂ ਵੱਧ ਭਲੀ ਹੈ? ਕਿ ਕਿਸੇ ਵਿਅਕਤੀ ਜਾਂ ਕਿਸੇ ਇਹੋ ਜਿਹੇ ਕੰਮ ਨੂੰ ਮਾਫ਼ ਕਰਨਾ ਕਰੀਬ ਕੁਝ ਸਮੱਸਿਆ ਪੂਰਨ ਹੀ ਨਹੀਂ ਹੁੰਦਾ, ਜੋ ਕਰੀਬ ਅਪਰਾਧ ਨੂੰ ਮਹੱਤਵਹੀਣ ਬਣਾਉਂਦਾ ਅਤੇ ਅਪਰਾਧੀ ਨੂੰ ਇਸ ਨੂੰ ਦੁਹਰਾਉਣ ਲਈ ਉਤਸ਼ਾਹਿਤ ਕਰਦਾ ਹੈ? ਕੀ ਸਾਨੂੰ ਲੋਕਾਂ ਨੂੰ ਇਸ ਤਰ੍ਹਾਂ ਠੇਸ ਪਹੁੰਚਾਉਂਦੇ ਰਹਿਣਾ ਚਾਹੀਦਾ ਹੈ?
ਅਤੇ ਜਦੋਂ ਵੀ ਉਹ ਇਹੋ ਜਿਹੇ ਭਿਆਨਕ ਕੰਮ ਕਰਨ ਤਦ ਉਹਨਾਂ ਨੂੰ ਮਾਫ਼ ਕਰਦੇ ਰਹਿਣਾ ਚਾਹੀਦਾ ਹੈ, ਜਿਨ੍ਹਾਂ ਦਾ ਵਰਣਨ ਮੈਂ ਕਰ ਚੁੱਕਾ ਹਾਂ। ਜੀ, ਮੈਨੂੰ ਆਪ ਲਈ ਪੜ੍ਹਨ ਦਿਓ ਜੋ ਯਿਸੂ ਜੀ ਨੇ ਮੱਤੀ 5 ਅਧਿਆਇ 43 ਵਚਨ ਤੋਂ ਲੈ ਕੇ 48 ਵਚਨ ਵਿੱਚ ਆਖਿਆ ਸੀ। ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਹੈ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਤੇ ਆਪਣੇ ਵੈਰੀ ਨਾਲ ਵੈਰ ਰੱਖ। ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ, ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ, ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ ਪੁੱਤਰ ਹੋਵੋ, ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਲਈ ਚੜਾਉਂਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਬਰਸਾਉਂਦਾ ਹੈ। ਜੇ ਤੁਸੀਂ ਉਹਨਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਤੁਹਾਡਾ ਕੀ ਫਲ ਹੈ? ਭਲਾ ਮਸੂਲੀਏ ਵੀ ਇਹੋ ਨਹੀਂ ਕਰਦੇ? ਅਤੇ ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪ੍ਰਣਾਮ ਕਰੋ, ਤਾਂ ਤੁਸੀਂ ਕੀ ਵੱਧ ਕਰਦੇ ਹੋ? ਭਲਾ ਪਰਾਈਆਂ ਕੌਮਾਂ ਦੇ ਲੋਕ ਵੀ ਇਹੋ ਨਹੀਂ ਕਰਦੇ? ਸੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ, ਤੁਸੀਂ ਵੀ ਸੰਪੂਰਨ ਹੋਵੋ। ਯਿਸੂ ਇਸ 5ਵੇਂ ਅਧਿਆਏ ਦੇ ਅੰਤ ਵਿੱਚ ਆਪਣੇ ਮਹਾਨ ਸੰਦੇਸ਼ ਵਿੱਚ ਸਾਨੂੰ ਕੁਝ ਸਪਸ਼ਟ ਹਦਾਇਤਾਂ ਇਸ ਬਾਰੇ ਦਿੰਦਾ ਹੈ ਕਿ ਅਸੀਂ ਆਪਣੇ ਵੈਰੀਆਂ ਨਾਲ ਕਿਵੇਂ ਵਰਤਾਓ ਕਰੀਏ। ਮੈਂ ਜਾਣਦਾ ਹਾਂ ਕਿ ਆਪ ਵਿੱਚੋਂ ਕੁਝ ਕੁ ਅੱਜ ਇੱਥੇ ਬੈਠੇ ਸੋਚ ਰਹੇ ਹਨ ਕਿ ਪਾਸਵਾਨ ਜੀ, ਸਾਡੇ ਨਾਲ ਤਾਂ ਕੋਈ ਵੈਰੀ ਨਹੀਂ ਹੈ, ਮੈਨੂੰ ਇਸ ਤਰ੍ਹਾਂ ਦਾ ਸੰਦੇਸ਼ ਸੁਣਨ ਦੀ ਕੋਈ ਜ਼ਰੂਰਤ ਨਹੀਂ ਹੈ। ਜੀ ਹਾਂ, ਜੇਕਰ ਆਪ ਥੋੜ੍ਹੀ ਜਿਹੀ ਮਾਨਸਿਕ ਖੋਜ ਕਰੋ ਤਦ ਸ਼ਾਇਦ ਆਪ ਨੂੰ ਕਿਸੇ ਇਹੋ ਜਿਹੇ ਵਿਅਕਤੀ ਨੂੰ ਮਿਲ ਲਓਗੇ ਜੋ ਇਸ ਕਿਸਮ ਨਾਲ ਮੇਲ ਖਾਂਦਾ ਹੋਵੇ। ਸ਼ਾਇਦ ਬੁਰੀ ਬੋਲਚਾਲ ਵਾਲਾ ਕੋਈ ਵੈਰੀ, ਸ਼ਾਇਦ ਕੋਈ ਇਹੋ ਜਿਹਾ ਜਿਸ ਨੂੰ ਆਪ ਪਸੰਦ ਨਹੀਂ ਕਰਦੇ, ਪਰ ਕੋਈ ਇਹੋ ਜਿਹਾ ਜਿਸ ਨੂੰ ਆਪ ਜਾਣਦੇ ਹੋ ਕਿ ਉਹ ਆਪ ਨੂੰ ਪਸੰਦ ਨਹੀਂ ਕਰਦਾ, ਕੋਈ ਜਿਸ ਨੇ ਹੋ ਸਕਦਾ ਹੈ ਆਪ ਨੂੰ ਠੇਸ ਪਹੁੰਚਾਈ ਹੋਵੇ, ਆਪ ਨਾਲ ਧੋਖਾ ਕੀਤਾ ਹੋਵੇ, ਜਾਂ ਫਿਰ ਕਿਸੇ ਤਰ੍ਹਾਂ ਇੱਕ ਵਿਅਕਤੀ ਵਜੋਂ ਆਪ ਦਾ ਨੁਕਸਾਨ ਕੀਤਾ ਹੋਵੇ। ਮੈਂ ਕਲਪਨਾ ਕਰਦਾ ਹਾਂ ਕਿ ਇਸ ਸੰਖੇਪ ਸਮੇਂ ਵਿੱਚ ਜਿਸ ਵਿੱਚ ਮੈਂ ਵੈਰੀਆਂ ਵੱਲੋਂ ਗੱਲਬਾਤ ਕੀਤੀ, ਆਪ ਵਿੱਚੋਂ ਸਾਰਿਆਂ ਦੇ ਮਨਾਂ ਦੇ ਪਰਦੇ ਉੱਤੇ ਇੱਕ ਵਿਅਕਤੀ ਦੇ ਚਿਹਰੇ ਨੂੰ ਆਉਂਦਾ ਵੇਖਦਾ ਹਾਂ। ਉਸ ਵਿਅਕਤੀ ਨੂੰ ਉੱਥੇ ਹੀ ਰੱਖੋ, ਉਸ ਔਰਤ ਨੂੰ ਉੱਥੇ ਹੀ ਰੱਖੋ ਅਤੇ ਇਸ ਬਾਰੇ ਸੋਚੋ ਕਿ ਆਪ ਨੂੰ ਉਸ ਵਿਅਕਤੀ ਦੀ ਜਵਾਬਦੇਹੀ ਕਿਵੇਂ ਕਰਨੀ ਚਾਹੀਦੀ ਹੈ ਜੋ ਇੱਕ ਵੈਰੀ ਬਣ ਚੁੱਕਾ ਹੈ। ਨੰਬਰ 1, ਇੱਕ ਗੱਲ ਦੀ ਯਾਦ ਦਿਲਾਉਣਾ। ਯਿਸੂ ਜੀ ਇੱਕ ਵਾਰ ਫਿਰ ਆਪਣੇ ਸਰੋਤਿਆਂ ਦਾ ਜ਼ਿਕਰ ਕਰਦੇ ਆਰੰਭ ਕਰਦੇ ਹਨ ਅਤੇ ਹੁਣ ਸਾਡੇ ਵਿੱਚੋਂ ਜੋ ਪੁਰਾਣੇ ਨੇਮ ਦੀ ਵਿਵਸਥਾ ਨੂੰ ਪੜ੍ਹਨ ਵਾਲੇ ਹਨ, ਦੁਬਾਰਾ ਫਿਰ ਜਿਵੇਂ ਯਿਸੂ ਜੀ ਨੇ ਉਹਨਾਂ ਸਾਰੇ ਮੌਕਿਆਂ ਤੇ ਕੀਤਾ ਸੀ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਚੁੱਕੇ ਹਾਂ। ਯਿਸੂ ਜੀ ਆਖਦੇ ਹਨ, ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ। ਸਾਨੂੰ ਠੀਕ ਸ਼ੁਰੂ ਵਿੱਚ ਹੀ ਆਪ ਨੂੰ ਇਹ ਦੱਸਣਾ ਪੈਣਾ ਹੈ ਕਿ ਇਸ ਵਾਰ ਜੋ ਯਿਸੂ ਜੀ ਕਰਦੇ ਹਨ ਉਹ ਇਸ ਤਰ੍ਹਾਂ ਦਾ ਵੇਰਵਾ ਹੈ ਜਿਸ ਤਰ੍ਹਾਂ ਯਹੂਦੀਆਂ ਦੇ ਧਰਮ ਗੁਰੂ ਪੁਰਾਣੇ ਨੇਮ ਨਾਲ ਵਰਤਾਓ ਕਰਦੇ ਸਨ। ਇਹ ਬਹੁਤ ਹੀ ਰੋਚਕ ਹੈ ਕਿਉਂਕਿ ਇਸ ਹਾਲਾਤ ਵਿੱਚ ਉਹਨਾਂ ਸਾਰੀਆਂ ਸਥਿਤੀਆਂ ਤੋਂ ਉਲਟ ਜਿਨ੍ਹਾਂ ਬਾਰੇ ਅਸੀਂ ਗੌਰ ਕਰ ਚੁੱਕੇ ਹਾਂ, ਉਹ ਗੱਲ ਜੋ ਯਿਸੂ ਜੀ ਪੁਰਾਣੇ ਨੇਮ ਵਿੱਚ ਯਾਦ ਕਰਾਉਂਦੇ ਹਨ, ਉਹ ਖਾਸ ਤੌਰ ਤੇ ਪੁਰਾਣੇ ਨੇਮ ਦੇ ਕਿਸੇ ਅਸਲ ਲਿਖਤ ਦਾ ਹਵਾਲਾ ਨਹੀਂ ਦੇ ਰਹੇ, ਬਲਕਿ ਉਸ ਦਾ ਜੋ ਯਹੂਦੀਆਂ ਦੇ ਧਰਮ ਗੁਰੂ ਪੁਰਾਣੇ ਨੇਮ ਦੇ ਸੰਖੇਪ ਵਿੱਚ ਸਿਖਾਉਂਦੇ ਸਨ। ਯਹੂਦੀਆਂ ਦੇ ਧਰਮ ਗੁਰੂ ਜੋ ਪੁਰਾਣੇ ਨੇਮ ਦੀ ਸਿੱਖਿਆ ਦਿੰਦੇ ਸਨ, ਅਕਸਰ ਇੱਧਰ ਉੱਧਰ ਥੋੜ੍ਹੀਆਂ ਤਬਦੀਲੀਆਂ ਇਸ ਤਰ੍ਹਾਂ ਕਰਦੇ ਸਨ। ਇਸ ਵਾਰ ਇੱਥੇ ਉਹਨਾਂ ਵਿੱਚੋਂ 3 ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਯਹੂਦੀ ਧਰਮ ਗੁਰੂ ਇਸ ਭਾਗ ਦਾ ਜਿੱਥੋਂ ਤੱਕ ਸੰਬੰਧ ਹੈ ਉਹ ਪੁਰਾਣੇ ਨੇਮ ਵਿੱਚ ਘਟਾ ਕੇ ਇਸ ਦੀ ਸਿੱਖਿਆ ਦਿੰਦੇ ਸਨ। ਉਹ ਇਸ ਵਚਨ ਦੇ ਭਾਗ ਦੀ ਵਿਆਖਿਆ ਨੂੰ ਸੀਮਤ ਕਰਕੇ ਸਿਰਫ ਉਹਨਾਂ ਤੱਕ ਹੀ ਰੱਖਦੇ ਸਨ ਜੋ ਯਹੂਦੀ ਕੌਮ ਵਿੱਚੋਂ ਸਨ। ਯਹੂਦੀ ਇਹ ਸਿਖਾਉਂਦੇ ਸਨ ਕਿ ਇੱਕ ਗੁਆਂਢੀ ਜਿਸ ਨੂੰ ਤੁਹਾਨੂੰ ਪਿਆਰ ਕਰਨਾ ਪੈਣਾ ਹੈ, ਭਾਵੇਂ ਇੱਕ ਗੁਆਂਢੀ ਉਹ ਇੱਕ ਹੋਰ ਯਹੂਦੀ ਹੀ ਸੀ, ਆਪ ਕਿਸੇ ਨਾ ਕਿਸੇ ਲਿਹਾਜ਼ ਨਾਲ ਕਿਸੇ ਹੋਰ ਨੂੰ ਪਿਆਰ ਕਰਨ ਲਈ ਜ਼ਿੰਮੇਵਾਰ ਸੀ, ਜੋ ਆਪ ਦੇ ਵਰਗਾ ਸੀ, ਜੋ ਜਾਤੀ ਵਜੋਂ ਆਪ ਨਾਲ ਦਾ ਸੀ। ਪਰ ਸਾਫ਼ ਜ਼ਾਹਿਰ ਹੈ ਕਿ ਆਪ ਦੀ ਜ਼ਿੰਮੇਵਾਰੀ ਇਸ ਤੋਂ ਅੱਗੇ ਜਾਣ ਦੀ ਨਹੀਂ ਸੀ ਕਿ ਆਪ ਉਹਨਾਂ ਨੂੰ ਪਿਆਰ ਕਰੋ ਜੋ ਜਾਤੀ ਤੌਰ ਤੇ ਆਪ ਦੇ ਨਾਲ ਨਹੀਂ ਸਨ। ਦੁੱਖ ਦੀ ਗੱਲ ਹੈ ਕਿ ਉਹਨਾਂ ਧਰਮਾਂ ਗੁਰੂਆਂ ਦੀ ਇਹ ਸਿੱਖਿਆ ਅੱਜ ਤੱਕ ਵੀ ਜਾਰੀ ਹੈ ਜੋ ਕਿ ਆਪ ਅਤੇ ਮੈਂ ਦੋਵੇਂ ਹੀ ਜਾਣਦੇ ਹਾਂ। ਪਰ ਉਹ ਧਰਮ ਗੁਰੂ ਇੱਕ ਦੂਸਰੀ ਗਲਤੀ ਕਰਦੇ ਸਨ। ਉਹ ਇਸ ਸਿੱਖਿਆ ਇਸ ਨੂੰ ਮਿਟਾ ਕੇ ਕਰਦੇ ਸਨ। ਜੇਕਰ ਆਪ ਵਾਪਸ ਉਸ ਵਚਨ ਦੇ ਭਾਗ ਕੋਲ ਜਾਓ ਜਿਸ ਦਾ ਹਵਾਲਾ ਇੱਥੇ ਦਿੱਤਾ ਗਿਆ ਹੈ, ਜਾਂ ਫਿਰ ਕਿਸ ਦਾ ਜ਼ਿਕਰ ਸਹਿਜ ਨਾਲ ਲੇਵੀਆਂ ਦੀ ਪੋਥੀ ਵਿੱਚ ਕੀਤਾ ਗਿਆ ਹੈ, ਆਪ ਜਾਣ ਲਓਗੇ ਕਿ ਉਹਨਾਂ ਨੂੰ ਇੱਕ ਬਹੁਤ ਹੀ ਮਹੱਤਵਪੂਰਨ ਭਾਗ ਬਾਹਰ ਰਹਿਣ ਦਿੱਤਾ ਸੀ। ਪੁਰਾਣੇ ਨੇਮ ਦੀ ਵਿਵਸਥਾ ਇਹ ਆਖਦੀ ਹੈ ਕਿ ਸਾਨੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗ ਪਿਆਰ ਕਰਨਾ ਚਾਹੀਦਾ ਹੈ।
ਆਪਣੀਆਂ ਬਾਈਬਲਾਂ ਵਿੱਚ ਗੌਰ ਕਰੋ। ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ। ਧਰਮ ਗੁਰੂਆਂ ਨੇ ਆਪਣੀ ਸਹੂਲਤ ਲਈ ਪੁਰਾਣੇ ਨੇਮ ਵਿੱਚੋਂ ਇੱਕ ਬਹੁਤ ਮਹੱਤਵਪੂਰਨ ਭਾਗ ਬਾਹਰ ਛੱਡ ਦਿੱਤਾ ਸੀ। ਅਤੇ ਕੀ ਇਹ ਸਮੁੱਚਾ ਵਿਖਿਆਨ ਨੂੰ ਜ਼ੋਰ ਅਤੇ ਸ਼ਕਤੀ ਪ੍ਰਦਾਨ ਨਹੀਂ ਕਰਦਾ? ਕਿਸੇ ਨੂੰ ਪਿਆਰ ਕਰਨਾ, ਇਸ ਦਾ ਕੀ ਅਰਥ ਹੁੰਦਾ ਹੈ? ਪਰ ਕਿਸੇ ਨੂੰ ਇਸ ਤਰ੍ਹਾਂ ਪਿਆਰ ਕਰਨਾ ਜਿਸ ਤਰ੍ਹਾਂ ਆਪ ਆਪਣੇ ਆਪ ਨੂੰ ਪਿਆਰ ਕਰਦੇ ਹੋ, ਉਹ ਇਸ ਨੂੰ ਮਹਾਨ ਅਰਥ ਪ੍ਰਦਾਨ ਕਰਦਾ ਹੈ, ਕਿਉਂਕਿ ਇਸ ਵਾਸਤੇ ਉਹ ਸਭ ਜੋ ਸਾਨੂੰ ਕਰਨਾ ਪੈਣਾ ਹੈ ਉਹ ਇਹ ਹੈ ਜਰਾ ਸੋਚਣਾ ਕਿ ਅਸੀਂ ਆਪਣੇ ਆਪ ਨੂੰ ਕਿਸ ਲਾਭ ਲਈ ਪਿਆਰ ਕਰਦੇ ਹਾਂ, ਅਸੀਂ ਕਿਵੇਂ ਆਪਣੇ ਆਪ ਦੀ ਦੇਖਭਾਲ ਕਰਦੇ ਹਾਂ ਅਤੇ ਕਿਵੇਂ ਅਸੀਂ ਆਪਣੇ ਆਪ ਨੂੰ ਪਿਆਰ ਕਰਦੇ ਹਾਂ। ਅਤੇ ਇਸ ਤੋਂ ਤੁਰੰਤ ਬਾਅਦ ਸਾਡੇ ਲਈ ਇੱਕ ਮਿਸਾਲ ਹੈ ਉਸ ਤਰੀਕੇ ਦਾ ਜਿਸ ਤਰ੍ਹਾਂ ਸਾਨੂੰ ਦੂਸਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਪਰ ਧਰਮ ਗੁਰੂਆਂ ਨੇ ਇਸ ਨੂੰ ਬਾਹਰ ਰਹਿਣ ਦਿੱਤਾ ਸੀ। ਉਹਨਾਂ ਨੇ ਬਸ ਇਹੋ ਹੀ ਆਖਿਆ ਸੀ, ਆਪਣੇ ਗੁਆਂਢੀ ਨਾਲ ਪਿਆਰ ਕਰ। ਉਹ ਘਟਾ ਕੇ ਦੁਆਰਾ ਪੁਰਾਣੇ ਨੇਮ ਨੂੰ ਤਬਦੀਲ ਕਰ ਦਿੰਦੇ ਸਨ। ਉਹ ਮਿਟਾਉਣ ਦੇ ਦੁਆਰਾ ਇਸ ਨੂੰ ਬਦਲ ਦਿੰਦੇ ਸਨ ਅਤੇ ਅੰਤ ਵਿੱਚ ਉਹ ਇਸ ਵਿੱਚ ਜੋੜ ਕੇ ਇਸ ਨੂੰ ਤਬਦੀਲ ਕਰ ਦਿੰਦੇ ਸਨ। ਜੇਕਰ ਆਪ ਵਾਪਸ ਪੁਰਾਣੇ ਨੇਮ ਦੇ ਇਸ ਭਾਗ ਵਿੱਚ ਜਾਣੋ ਤਦ ਆਪ ਇਸ ਤਰ੍ਹਾਂ ਨਹੀਂ ਪਾਓਗੇ। ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ। ਇਹ ਕਿੱਥੇ ਲਿਖਿਆ ਹੋਇਆ ਹੈ? ਇਹ ਤਾਂ ਲੇਵੀਆਂ ਦੀ ਪੋਥੀ ਵਿੱਚ ਨਹੀਂ ਹੈ। ਅਸਲ ਵਿੱਚ ਇਹ ਤਾਂ ਪੂਰੀ ਤਰ੍ਹਾਂ ਪੁਰਾਣੇ ਨੇਮ ਦੀ ਵਿਵਸਥਾ ਦੇ ਉਲਟ ਹੈ। ਮੈਂ ਆਪਣੇ ਲਈ ਕੂਚ ਦੀ ਪੋਥੀ 23 ਅਧਿਆਏ 4 ਤੇ 5 ਦੇ ਵਚਨਾਂ ਨੂੰ ਲਿਖਿਆ ਸੀ। ਇਹਨਾਂ ਵਚਨਾਂ ਨੂੰ ਧਿਆਨ ਦੇ ਨਾਲ ਸੁਣੋ। ਇਹ ਪੁਰਾਣੇ ਨੇਮ ਦੀ ਵਿਵਸਥਾ ਦਾ ਇੱਕ ਭਾਗ ਹੈ। ਜਦ ਤੂੰ ਆਪਣੇ ਵੈਰੀ ਦਾ ਬਲਦ ਅਥਵਾ ਖੋਤੇ ਨੂੰ ਫੇਰਦਾ ਵੇਖੇ ਤੇ ਤੂੰ ਜ਼ਰੂਰ ਉਸ ਨੂੰ ਮੋੜ ਦੇ। ਪੁਰਾਣੇ ਨੇਮ ਦੀ ਵਿਵਸਥਾ ਆਖਦੀ ਹੈ, ਜੇਕਰ ਕੋਈ ਤੇਰਾ ਵੈਰੀ ਹੈ ਜਿਸ ਨੇ ਤੇਰਾ ਵਿਰੋਧ ਕੀਤਾ ਹੋਵੇ ਅਤੇ ਆਪ ਰਾਹੋਂ ਤੁਰ ਜਾਂਦਾ ਹੈ ਅਤੇ ਆਪ ਉਸ ਦੇ ਖੋਤੇ ਨੂੰ ਵੇਖਦੇ ਹੋ ਅਤੇ ਇਹ ਧੁੱਲ ਕੇ ਦੂਰ ਹੋ ਜਾ ਰਿਹਾ ਹੈ ਅਤੇ ਆਪ ਇਸ ਨੂੰ ਪਿੱਛੇ ਸੋਟਾ ਮਾਰ ਕੇ ਜਿੱਧਰ ਜਾ ਰਿਹਾ ਹੈ ਉਧਰ ਨੂੰ ਭਜਾ ਦੇਵੋ। ਇਸ ਨੂੰ ਤਬੇਲੇ ਦੇ ਅੰਦਰ ਲਿਆਓ ਅਤੇ ਵਾਪਸ ਲਿਆ ਕੇ ਆਪਣੇ ਵੈਰੀ ਦੇ ਸਪੁਰਦ ਕਰ ਦੇਵੋ। ਪੁਰਾਣੇ ਨੇਮ ਵਿੱਚ ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਹਨ। ਉਹ ਇਸ ਨੂੰ ਕਿਉਂ ਜੋੜਦੇ ਸਨ? ਕਿ ਆਪ ਨੇ ਗੌਰ ਕੀਤਾ ਹੈ ਕਿ ਕਿਵੇਂ ਅਸੀਂ ਬਾਈਬਲ ਦੀ ਵਿਆਖਿਆ ਆਪਣੇ ਖੁਦ ਦੇ ਮਨ ਦੀ ਮੌਜਾਂ ਅਤੇ ਅਭਿਆਸਾਂ ਦੇ ਅਨੁਸਾਰ ਕਰਨੀ ਚਾਹੁੰਦੇ ਹਾਂ? ਕਿ ਆਪ ਨੇ ਗੌਰ ਕੀਤਾ ਹੈ ਕਿ ਕਿਵੇਂ ਸਾਡੀ ਰੀਤ ਪਹਿਲਾਂ ਆਉਂਦੀ ਹੈ ਅਤੇ ਬਾਈਬਲ ਦੀ ਸਿੱਖਿਆ ਦੂਸਰਾ ਸਥਾਨ ਤੇ? ਅਸੀਂ ਕੁਝ ਕਰਦੇ ਹਾਂ, ਅਸੀਂ ਕੁਝ ਫੈਸਲਾ ਕਰਦੇ ਹਾਂ, ਫਿਰ ਅਸੀਂ ਇੱਧਰੋਂ ਉੱਧਰੋਂ ਲੈ ਕੇ ਇਸ ਨੂੰ ਪਰਮੇਸ਼ਰ ਦੀ ਬਾਣੀ ਨਾਲ ਸਿੱਧ ਕਰਨਾ ਚਾਹੁੰਦੇ ਹਾਂ। ਯਹੂਦੀ ਧਰਮ ਗੁਰੂ ਇਸ ਤਰ੍ਹਾਂ ਕਰਨ ਵਿੱਚ ਬਹੁਤ ਮਾਹਰ ਸਨ। ਉਹ ਇਸ ਪੁਰਾਣੇ ਨੇਮ ਦੀ ਬਾਣੀ ਦੇ ਭਾਗ ਨੂੰ ਲੈਂਦੇ ਸਨ ਅਤੇ ਉਹਨਾਂ ਨੂੰ ਗੁਆਂਢੀਆਂ ਨੂੰ ਬਸ ਯਹੂਦੀਆਂ ਤੱਕ ਹੀ ਸੀਮਤ ਕਰ ਦਿੱਤਾ ਸੀ। ਕੁਝ ਮਿਟਾਉਣ ਨਾਲ ਉਹਨਾਂ ਨੇ ਇਸ ਹੁਕਮ ਦੇ ਦਿਲ ਨੂੰ ਹੀ ਬਾਹਰ ਕੱਢ ਦਿੱਤਾ ਸੀ ਜਿਸ ਵਿੱਚ ਆਖਿਆ ਗਿਆ ਸੀ, ਆਪਣੇ ਜਿਹਾ, ਅਤੇ ਇਸ ਵਿੱਚ ਜੋੜਦਿਆਂ ਉਹਨਾਂ ਨੇ ਇਸ ਨਾਲ ਮਿਲਾ ਦਿੱਤਾ ਸੀ, ਆਪਣੇ ਵੈਰੀ ਨਾਲ ਵੈਰ ਕਰ, ਜੋ ਬਿਲਕੁਲ ਹੀ ਪੁਰਾਣੇ ਨੇਮ ਵਿੱਚ ਨਹੀਂ ਹੈ। ਯਿਸੂ ਜੀ ਨੇ ਉਹਨਾਂ ਦੀ ਗਲਤੀ ਦੇ ਨਾਲ ਕਿਉਂ ਹਵਾਲਾ ਦਿੱਤਾ ਸੀ? ਇਹਨਾਂ ਧਰਮ ਗੁਰੂਆਂ ਦੀ ਗਲਤ ਵਿਆਖਿਆ ਅਤੇ ਗਲਤ ਹਵਾਲੇ ਦੇਣ ਪੁਰਾਣੇ ਨੇਮ ਦੇ ਛੋਟੇ ਤੋਂ ਛੋਟੇ ਆਮ ਭਾਗ ਵਿੱਚੋਂ ਕਾਫੀ ਪਿੱਛੇ ਤੱਕ ਜਾਂਦਾ ਹੈ। ਯਿਸੂ ਜੀ ਉਹਨਾਂ ਦੇ ਪੁਰਾਣੇ ਨੇਮ ਦੀ ਵਿਆਖਿਆ ਦਾ ਹਵਾਲਾ ਦਿੰਦੇ ਹਨ ਅਤੇ ਉਹ ਆਖਦੇ ਹਨ, ਇਹੋ ਹੀ ਸਿਰਫ ਨਹੀਂ ਕਿ ਇਹ ਸੋਚ ਨਹੀਂ ਬਲਕਿ ਪੁਰਾਣੇ ਨੇਮ ਦੀ ਠੀਕ ਵਿਆਖਿਆ ਵੀ ਇਸ ਦੇ ਉਦੇਸ਼ ਨੂੰ ਹਟਾ ਦਿੰਦੀ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਅਸਲ ਵਿੱਚ ਇਸ ਵਿੱਚ ਕੀ ਜੋੜਿਆ ਹੋਇਆ ਹੈ। ਨਹੀਂ, ਆਪ ਉਹਨਾਂ ਨੂੰ ਪਿਆਰ ਨਹੀਂ ਕਰ ਸਕਦੇ ਜੋ ਆਪ ਵਰਗੇ ਹਨ, ਅਤੇ ਨਹੀਂ ਆਪ ਉਹਨਾਂ ਨੂੰ ਆਪਣੇ ਵਾਂਗੂ ਪਿਆਰ ਨਹੀਂ ਕਰ ਸਕਦੇ, ਅਤੇ ਆਪ ਇਸ ਵਿੱਚੋਂ ਇਹ ਨਹੀਂ ਜੋੜ ਸਕਦੇ, ਆਪਣੇ ਵੈਰੀ ਨਾਲ ਵੈਰ ਰੱਖੋ। ਮੈਂ ਆਪ ਨੂੰ ਉਹ ਦੱਸ ਦੇਵਾਂ ਜੋ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਆਪ ਜਾਣੋ। ਮੈਂ ਤੁਹਾਨੂੰ ਆਖਦਾ ਹਾਂ, ਆਪ ਆਪਣੇ ਵੈਰੀ ਨਾਲ ਪਿਆਰ ਕਰੋਗੇ। ਇਹ ਤਾਂ ਇੱਕ ਹੁਨਰਮੰਦ ਚੋਟ ਹੈ। ਉਹ ਗੱਲਾਂ ਤੋਂ 50 ਗਜ ਪਿੱਛੋਂ ਆਰੰਭ ਕਰਦਾ ਹੈ ਅਤੇ ਦੂਸਰੀ ਗੱਲ ਲੈਣ ਤੋਂ 50 ਗਜ ਪਰੇ ਗੱਲ ਦੀ ਯੋਜਨਾ ਬਣਾਉਂਦਾ ਹੈ। ਉਹ ਆਖਦਾ ਹੈ, ਉਹ ਨਹੀਂ ਹੈ ਜੋ ਉਹਨਾਂ ਨੇ ਆਖਿਆ ਸੀ। ਇਹ ਤਾਂ ਉਹ ਵੀ ਨਹੀਂ ਹੈ ਜੋ ਇਹ ਹੈ। ਇਹ ਤਾਂ ਉਸ ਤੋਂ ਬਹੁਤ ਪਰੇ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਇਸ ਦਾ ਅਸਲ ਅਰਥ ਕੀ ਹੁੰਦਾ ਹੈ। ਆਪ ਆਪਣੇ ਵੈਰੀ ਨਾਲ ਵੈਰ ਕਰਕੇ ਬਚ ਨਹੀਂ ਨਿਕਲ ਸਕਦੇ। ਆਪ ਆਪਣੇ ਵੈਰੀ ਨਾਲ ਵੈਰ ਨਹੀਂ ਕਰ ਸਕਦੇ। ਆਪ ਨੂੰ ਆਪਣੇ ਵੈਰੀ ਨੂੰ ਪਿਆਰ ਕਰਨਾ ਪੈਣਾ ਹੈ। ਨੰਬਰ 2, ਮੰਗ। ਪਹਿਲਾਂ ਦੁਬਾਰਾ ਯਾਦ ਕਰਾਉਣ ਲਈ ਗੱਲ ਅਤੇ ਫਿਰ ਮੰਗ। ਮੰਗ ਬਾਰੇ ਜਰਾ ਗੌਰ ਕਰੋ। ਪਰ ਮੈਂ ਤੁਹਾਨੂੰ ਆਖਦਾ ਹਾਂ, ਆਪਣੇ ਵੈਰੀ ਨਾਲ ਪਿਆਰ ਕਰੋ। ਕਿ ਉਹਨਾਂ ਕਠੋਰ ਹੁਕਮਾਂ ਵਿੱਚੋਂ ਇੱਕ ਹੋਰ ਹੁਕਮ ਹੈ। ਕਦੇ-ਕਦੇ ਇੱਕ ਪ੍ਰਚਾਰਕ ਹੋਣਾ ਬਹੁਤ ਹੀ ਨਿਰਾਸ਼ ਭਰਿਆ ਹੁੰਦਾ ਹੈ, ਕਿਉਂਕਿ ਆਪ ਇਸ ਨੂੰ ਉਸ ਕੋਲ
ਆਸਾਨ ਬਣਾਉਣਾ ਚਾਹੋਗੇ ਜਿੰਨਾ ਆਸਾਨ ਇਹ ਹੁੰਦਾ ਹੈ। ਮੈਂ ਇਸ ਨੂੰ ਤਸ ਕਰਨ ਦਾ ਕੋਈ ਤਰੀਕਾ ਨਹੀਂ ਜਾਣਦਾ। ਇਹ ਤਾਂ ਬਸ ਇਹੋ ਹੀ ਆਖਦਾ ਹੈ। ਇਹ ਆਖਦਾ ਹੈ ਆਪਣੇ ਵੈਰੀਆਂ ਨਾਲ ਪਿਆਰ ਕਰੋ। ਅਸੀਂ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਹ ਕਿਵੇਂ ਕਰੀਦਾ ਹੈ। ਪਰ ਬਸ ਇਸ ਸਭ ਦੇ ਕੇਂਦਰ ਵਿੱਚ ਇਹ ਸੱਚਾਈ ਹੈ। ਆਪ ਆਪਣੇ ਵੈਰੀਆਂ ਨੂੰ ਪਿਆਰ ਕਿਵੇਂ ਕਰਦੇ ਹੋ? ਕੀ ਆਪ ਨੂੰ ਸਤੀਫਨ ਦੇ ਬਾਰੇ ਯਾਦ ਹੈ ਜੋ ਸ਼ਹੀਦ ਕੀਤਾ ਗਿਆ ਸੀ? ਇਸ ਹਫ਼ਤੇ ਮੈਨੂੰ ਬਾਈਬਲ ਦੇ ਦੁਆਰਾ ਯਾਦ ਕਰਾਇਆ ਗਿਆ ਸੀ ਜਦੋਂ ਕਿ ਮੈਂ ਇਹ ਪੜ੍ਹਿਆ ਸੀ ਕਿ ਜਦੋਂ ਸਤੀਫਨ ਆਪਣੇ ਜੀਵਨ ਦੇ ਅੰਤ ਦੇ ਲਾਗੇ ਸੀ, ਉਸ ਤੋਂ ਬਾਅਦ ਉਹ ਲੋਕ ਉਸ ਨੂੰ ਪਥਰਾਓ ਕਰ ਰਹੇ ਸਨ। ਉਹ ਮਰਨ ਜਾ ਰਿਹਾ ਸੀ। ਉਹ ਇਹ ਜਾਣਦਾ ਸੀ। ਰਸੂਲਾਂ ਦੇ ਕਰਤੱਵ ਨਾਂ ਦੀ ਪੁਸਤਕ ਵਿੱਚ ਆਖਿਆ ਗਿਆ ਹੈ ਕਿ ਉਹ ਗੋਡੇ ਟੇਕ ਕੇ ਉੱਚੀ ਬੋਲਿਆ, ਹੇ ਪ੍ਰਭੂ, ਪਾਪ ਉਹਨਾਂ ਦੇ ਜੁਮੇ ਨਾ ਲਾ। ਅਤੇ ਇਹ ਕਹਿ ਕੇ ਉਹ ਸੋ ਗਿਆ, ਮਰ ਗਿਆ। ਕਿਹੋ ਜਿਹੀ ਅਤੁੱਲ ਸ਼ਕਤੀ ਇੱਕ ਮਨੁੱਖ ਵਿੱਚ ਹੈ ਜੋ ਕਿਸੇ ਇਹੋ ਜਿਹੇ ਕੰਮ ਲਈ ਪਥਰਾਓ ਕੀਤਾ ਜਾ ਰਿਹਾ ਹੈ ਜੋ ਸੱਚ ਅਤੇ ਧਰਮੀ ਨਹੀਂ ਹੈ। ਅਤੇ ਉਸ ਅਨੁਭਵ ਦੇ ਅੰਤ ਵਿੱਚ ਉਸ ਦਾ ਆਖਰੀ ਸਾਹ ਪ੍ਰਾਰਥਨਾ ਕਰਨਾ ਅਤੇ ਪਰਮੇਸ਼ਰ ਤੋਂ ਇਹ ਮੰਗਣਾ ਹੈ ਕਿ ਉਹ ਉਹਨਾਂ ਨੂੰ ਮਾਫ ਕਰ ਦੇਵੇ ਜੋ ਕੁਝ ਉਹ ਕਰ ਰਹੇ ਹਨ। ਪਾਲੂਸ ਰਸੂਲ ਨੇ ਆਪਣੇ ਸਮੇਂ ਵਿੱਚ ਬਹੁਤ ਸਾਰੀ ਤਲਖੀ ਖਾਧੀ ਸੀ ਅਤੇ ਪਹਿਲਾ ਕਰੰਥੀਆਂ ਦੀ ਪੱਤਰੀ 4:12 ਵਿੱਚ ਉਸ ਨੇ ਆਖਿਆ ਸੀ, ਅਤੇ ਆਪਣੇ ਹੱਥ ਨਾਲ ਕੰਮ ਧੰਦਾ ਕਰਕੇ ਮਿਹਨਤ ਕਰਦਾ ਹਾਂ। ਅਸੀਂ ਗਾਲੀਆਂ ਖਾ ਕੇ ਆਸ਼ੀਸ਼ ਦਿੰਦੇ ਹਾਂ ਜਾਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਸਹਿ ਲੈਂਦੇ ਹਾਂ। ਪਾਲੂਸ ਨੇ ਇਸ ਦੇ ਬਾਰੇ ਕੁਝ ਸਮਝ ਲਿਆ ਸੀ। ਪਰ ਜਿਵੇਂ ਆਪ ਜਾਣਦੇ ਹੀ ਹੋ ਕਿ ਸਭ ਤੋਂ ਮਹਾਨ ਉਦਾਹਰਨ ਜੋ ਸਾਹਬ ਕੋਲ ਕਿਸੇ ਦੀ ਹੈ ਜਿਸ ਨੇ ਆਪਣੇ ਵੈਰੀਆਂ ਨੂੰ ਪਿਆਰ ਕੀਤਾ ਸੀ, ਉਹ ਯਿਸੂ ਮਸੀਹ ਹੈ, ਸਾਡਾ ਮੁਕਤੀਦਾਤਾ ਹੈ। ਤੁਹਾਡੇ ਵਿੱਚੋਂ ਕਿੰਨੋਂ ਕਿ ਇਹ ਗਵਾਹੀ ਦੇ ਸਕਦੇ ਹਨ ਕਿ ਆਪ ਖੁਸ਼ ਹੋ ਕਿ ਉਸ ਨੇ ਆਪਣੇ ਵੈਰੀਆਂ ਨੂੰ ਪਿਆਰ ਕੀਤਾ ਸੀ। ਆਪ ਜਾਣਦੇ ਹੋ ਕਿ ਜੇਕਰ ਉਸ ਨੇ ਇਸ ਤਰ੍ਹਾਂ ਨਾ ਕੀਤਾ ਹੁੰਦਾ ਤਾਂ ਸਾਡੇ ਵਿੱਚੋਂ ਕੋਈ ਵੀ ਉਸ ਦੇ ਪਿਆਰ ਦੇ ਖੇਤਰ ਵਿੱਚ ਨਾ ਹੁੰਦਾ। ਬਾਈਬਲ ਆਖਦੀ ਹੈ ਕਿ ਸਾਡੇ ਪਾਪੀ ਹੋਣ ਦੀ ਹਾਲਤ ਵਿੱਚ ਵੀ ਮਸੀਹ ਸਾਡੇ ਲਈ ਮੋਇਆ ਸੀ। ਜਦੋਂ ਅਸੀਂ ਉਸ ਦੇ ਵਿਰੋਧੀ ਸਾਂ ਤਦ ਉਸ ਨੇ ਸਾਨੂੰ ਪਿਆਰ ਕੀਤਾ ਸੀ। ਪਹਿਲਾ ਪਤਰਸ ਉਹਦਾ 2 ਅਧਿਆਇ ਵਿੱਚ ਆਖਿਆ ਗਿਆ ਹੈ ਕਿ ਜਦੋਂ ਯਿਸੂ ਨੂੰ ਗਾਲਾਂ ਕੱਢੀਆਂ ਗਈਆਂ ਸਨ ਤਦ ਉਸ ਨੇ ਗਾਲਾਂ ਨਹੀਂ ਸੀ ਕੱਢੀਆਂ। ਜਦੋਂ ਉਸ ਨੂੰ ਸਤਾਇਆ ਗਿਆ ਸੀ ਤਦ ਉਸ ਨੇ ਧਮਕੀ ਨਹੀਂ ਸੀ ਦਿੱਤੀ, ਪਰ ਉਸ ਨੇ ਆਪਣੇ ਆਪ ਨੂੰ ਉਸ ਦੇ ਅੱਗੇ ਸਮਰਪਿਤ ਕੀਤਾ ਸੀ ਜੋ ਧਰਮ ਨਾਲ ਨਿਆਂ ਕਰਦਾ ਹੈ। ਆਪ ਜਾਣਦੇ ਹੋ ਕਿ ਉਸ ਨੂੰ ਲੂਕਾ 23 ਅਧਿਆਇ ਵਿੱਚ ਸਲੀਬ ਤੋਂ ਉਸ ਨੇ ਆਪਣੇ ਜੀਵਨ ਦੇ ਅੰਤ ਵਿੱਚ ਜੋ ਆਖਿਆ ਸੀ, ਜਦੋਂ ਉਸ ਨੂੰ ਕਿਸੇ ਇਹੋ ਜਿਹੇ ਕੰਮ ਲਈ ਸਲੀਬ ਦਿੱਤਾ ਜਾ ਰਿਹਾ ਸੀ ਜੋ ਉਸਨੇ ਕਦੀ ਵੀ ਨਹੀਂ ਸੀ ਕੀਤਾ, ਕਿਉਂਕਿ ਉਹ ਪਰਮੇਸ਼ਰ ਦੇ ਸੰਪੂਰਨ ਸਮਰਪਿਤ ਪੁੱਤਰ ਸੀ। ਉਸ ਦੀ ਪ੍ਰਾਰਥਨਾ ਇਹ ਸੀ, ਪਿਤਾ ਉਹਨਾਂ ਨੂੰ ਮਾਫ ਕਰ ਦੇ, ਕਿਉਂ ਜੋ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ। ਕਿ ਕਦੇ ਕੋਈ ਇਸ ਤਰ੍ਹਾਂ ਜੀਵਨ ਜਿਉਂਦਾ ਹੈ? ਜੀ ਹਾਂ, ਬਿਲਕੁਲ। ਨੰਬਰ 3, ਜ਼ਿੰਮੇਵਾਰੀ। ਜੇਕਰ ਆਪ ਆਪਣੀਆਂ ਬਾਈਬਲਾਂ ਵਿੱਚ ਝਾਤੀ ਮਾਰੋ ਤਦ ਆਪ ਸਮਝ ਲਓਗੇ ਕਿ ਪ੍ਰਭੂ ਯਿਸੂ ਨੇ ਸਾਨੂੰ ਕਿਸੇ ਸ਼ੱਕ ਵਿੱਚ ਨਹੀਂ ਸੀ ਰੱਖਿਆ। ਉਸ ਨੇ ਸਾਨੂੰ ਇਸ ਮੰਗ ਦੀ ਜ਼ਿੰਮੇਵਾਰੀ ਸੌਂਪੀ ਸੀ। ਮੈਂ ਤੁਹਾਨੂੰ ਆਖਦਾ ਹਾਂ ਕਿ ਆਪ ਆਪਣੇ ਵੈਰੀ ਨੂੰ ਪਿਆਰ ਕਰੋ। ਉਹ ਆਖਦਾ ਹੈ ਕਿ 3 ਕੰਮ ਹਨ ਜੋ ਸਾਨੂੰ ਕਰਨੇ ਪੈਣੇ ਹਨ। ਉਹ ਜੋ ਤੁਹਾਨੂੰ ਸ਼ਰਾਪ ਦਿੰਦੇ ਹਨ ਉਹਨਾਂ ਨੂੰ ਅਸ਼ੀਸ਼ ਦਿਓ, ਉਹ ਜੋ ਤੁਹਾਡੇ ਨਾਲ ਵੈਰ ਰੱਖਦੇ ਹਨ ਉਹਨਾਂ ਨਾਲ ਭਲਾਈ ਕਰੋ, ਅਤੇ ਉਹ ਜੋ ਤੁਹਾਨੂੰ ਸਤਾਉਂਦੇ ਹਨ ਅਤੇ ਤੁੱਛ ਕੰਮਾਂ ਲਈ ਇਸਤੇਮਾਲ ਕਰਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ। ਪਿਆਰ ਇੱਕ ਭਾਵਨਾ ਹੈ, ਪਰ ਆਪ ਇਹ ਗੌਰ ਕਰੋ ਕਿ ਇਹ ਤਿੰਨੋਂ ਹੀ ਚੀਜ਼ਾਂ ਕਿਰਿਆਵਾਂ ਵਿੱਚ ਹਨ ਜੋ ਕਾਰਜ ਦੀ ਮੰਗ ਕਰਦੀਆਂ ਹਨ। ਆਪ ਦੀਆਂ ਭਾਵਨਾਵਾਂ ਨੂੰ ਹੁਕਮ ਦੇਣਾ ਸੰਭਵ ਨਹੀਂ ਹੁੰਦਾ, ਪਰ ਆਪ ਦੀ ਇੱਛਾ ਨੂੰ ਹੁਕਮ ਦੇਣਾ ਸੰਭਵ ਹੁੰਦਾ ਹੈ। ਯਿਸੂ ਜੀ ਆਖਦੇ ਹਨ ਕਿ ਪਿਆਰ ਕਰਦੇ ਰਹਿਣ ਦਾ ਤਰੀਕਾ ਹੈ, ਆਪ ਇਹਨਾਂ ਕੰਮਾਂ ਨੂੰ ਕਰੋ। ਤੁਸੀਂ ਉਹਨਾਂ ਨੂੰ ਅਸ਼ੀਸ਼ ਦਿਓ ਜੋ ਤੁਹਾਨੂੰ ਸ਼ਰਾਪ ਦਿੰਦੇ ਹਨ। ਤੁਸੀਂ ਉਹਨਾਂ ਨਾਲ ਭਲਾਈ ਕਰੋ ਜੋ ਤੁਹਾਡੇ ਨਾਲ ਦੁਰਵਿਹਾਰ ਕਰਦੇ ਹਨ, ਅਤੇ ਆਪ ਉਹਨਾਂ ਲਈ ਪ੍ਰਾਰਥਨਾ ਕਰੋ ਜੇ ਆਪ ਦੀ ਦੁਰਬਤਾ ਕਰਦੇ ਹਨ। ਸਾਡੇ ਅੱਜ ਦੇ ਜਗਤ ਵਿੱਚ ਪਿਆਰ ਕਰਨ ਦੇ ਬਾਰੇ ਇਹ ਇਸ ਮਹਾਨ ਗਲਤਫਹਿਮੀ ਦੇ ਠੀਕ ਵਿਚਕਾਰ ਮੌਜੂਦ ਹੈ। ਜੀ ਹਾਂ, ਪਿਆਰ ਇੱਕ ਭਾਵਨਾ ਹੈ ਅਤੇ ਪਿਆਰ ਕੁਝ ਮਹਿਸੂਸ ਕਰਨਾ ਹੈ, ਪਰ ਪਿਆਰ ਕਰਨਾ ਇੱਕ ਹੁਕਮ ਵੀ ਹੈ। ਕੀ ਇਹ ਨਹੀਂ ਹੈ? ਪਤਿਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ। ਜੀ ਹਾਂ, ਮੈਂ ਹੁਣ ਉਸ ਵਾਸਤੇ ਕੁਝ ਵੀ ਮਹਿਸੂਸ ਨਹੀਂ ਕਰਦਾ। ਪ੍ਰਭੂ ਆਖਦਾ ਹੈ, ਮੈਂ ਤੁਹਾਡੇ ਤੋਂ ਇਹ ਨਹੀਂ ਸੀ ਮੰਗਿਆ, ਮੈਂ ਤਾਂ ਬਸ ਦੱਸਿਆ ਸੀ ਕੀ ਕਰਨਾ ਹੈ। ਮੈਂ ਦੌੜਦਾ ਹਾਂ, ਪਰ ਮੈਨੂੰ ਇਹ ਆਪ ਨੂੰ ਦੱਸਣ ਦੀ ਲੋੜ ਹੈ ਕਿ ਮੈਂ ਇਸ ਕਰਕੇ ਨਹੀਂ ਦੌੜਦਾ ਕਿਉਂਕਿ ਲਾਜ਼ਮੀ ਤੌਰ 'ਤੇ ਮੈਂ ਦੌੜਨਾ ਪਸੰਦ ਕਰਦਾ ਹਾਂ। ਮੈਂ ਸਵੇਰੇ ਸੁਖਤੇ ਆਪਣੇ ਦਿਲ ਵਿੱਚ ਮਹਾਨ ਵਿਚਾਰ ਲੈ ਕੇ ਨਹੀਂ ਜਾਗਦਾ। ਇਹ ਤਾਂ ਇੱਕ ਹੋਰ ਦਿਨ ਹੀ ਹੈ, ਅਤੇ ਹੁਣ ਹੋ ਸਕਦਾ ਹੈ ਮੈਂ ਆਪਣੀ ਨਿੱਠੀ ਚਾਲ ਚੱਲਣ ਵਾਲੇ ਬੂਟ ਪਾਵਾਂ ਅਤੇ ਬਾਹਰ ਜਾ ਕੇ ਆਪਣੇ ਸਰੀਰ ਨੂੰ ਸਤੌ ਵਿੱਚ ਪਾਵਾਂ।
ਮੈਂ ਇਸ ਤਰ੍ਹਾਂ ਨਹੀਂ ਕਰਦਾ। ਜਿਉਂ-ਜਿਉਂ ਮੈਂ ਹੋਰ ਬੁੱਢਾ ਹੁੰਦਾ ਜਾਂਦਾ ਹਾਂ, ਮੈਂ ਹੋਰ ਜ਼ਿਆਦਾ ਸਿੱਖਦਾ ਜਾ ਰਿਹਾ ਹਾਂ ਕਿ ਅਸੀਂ ਮਨੁੱਖੀ ਇੱਛਾ ਦੀ ਸ਼ਕਤੀ ਨੂੰ ਘੱਟ ਕਰਕੇ ਜਾਣਿਆ ਹੈ। ਜੀ ਹਾਂ, ਇਹ ਤਾਂ ਸੋਚ ਹੈ ਕਿ ਆਤਮਾ ਨੂੰ ਇਸ ਸਭ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਹੈ, ਪਰ ਕੁਝ ਇਹੋ ਜਿਹੇ ਕੰਮ ਹਨ ਜੋ ਕਰਨ ਦਾ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਹੈ। ਅੰਤ ਵਿੱਚ ਮਸਲਾ ਤਾਂ ਇਹੋ ਹੀ ਹੈ, ਜਦੋਂ ਆਪ ਇੱਕ ਮਿੱਠੀ ਚਾਲ ਚੱਲਣ ਵਾਲੇ ਹੋ ਅਤੇ ਆਪ ਇਸ ਨੂੰ ਕਰਦੇ ਹੋ ਅਤੇ ਇਹ ਖਤਮ ਹੋ ਜਾਂਦਾ ਹੈ। ਮੈਂ ਆਪ ਨੂੰ ਉਸ ਅਹਿਸਾਸ ਬਾਰੇ ਦੱਸ ਸਕਦਾ ਹਾਂ ਜੋ ਆਪ ਮਹਿਸੂਸ ਕਰਦੇ ਹੋ। ਅਹਿਸਾਸ ਉਸ ਅਸਲੀਅਤ ਨਾਲ ਜੁੜਿਆ ਹੋਇਆ ਹੈ ਜੋ ਖਤਮ ਹੋ ਚੁੱਕਾ ਹੈ। ਮੈਂ ਨਹੀਂ ਜਾਣਦਾ ਜੇਕਰ ਇਹ ਪੁਸ਼ਟੀ ਕਰਦਾ ਹਾਂ ਜੋ ਫਿਰ ਕੁਝ ਹੋਰ, ਪਰ ਇਹ ਮੌਜੂਦ ਹੈ ਅਤੇ ਆਪ ਖੁਸ਼ ਹੋ ਕੇ ਆਪ ਨੂੰ ਉਸ ਕੰਮ ਨੂੰ ਕਰਨ ਲਈ ਕਿਰਿਆਸ਼ੀਲ ਹੋਏ ਸੀ ਜਿਸ ਨੂੰ ਕਰਨ ਲਈ ਆਪ ਨੇ ਇੱਛਾ ਨਹੀਂ ਸੀ ਰੱਖੀ। ਭਾਗ ਊੜਾ, ਜੋ ਆਪ ਨੂੰ ਸ਼ਰਾਪ ਦਿੰਦੇ ਹਨ ਉਹਨਾਂ ਨੂੰ ਆਸ਼ੀਸ਼ ਦਿਓ। ਹੁਣ ਯਿਸੂ ਜੀ ਨੇ ਕੀ ਆਖਿਆ ਸੀ ਜੋ ਸਾਨੂੰ ਕਰਨਾ ਚਾਹੀਦਾ ਹੈ? ਸਾਡਾ ਇੱਕ ਵੈਰੀ ਇਹੋ ਜਿਹਾ ਹੋ ਸਕਦਾ ਹੈ ਜਿਸ ਨੂੰ ਆਪ ਪਸੰਦ ਨਹੀਂ ਕਰਦੇ, ਅਤੇ ਕੋਈ ਇਹੋ ਜਿਹਾ ਜਿਸ ਨੂੰ ਆਪ ਜਾਣਦੇ ਹੋ ਕਿ ਉਹ ਆਪ ਨੂੰ ਪਸੰਦ ਨਹੀਂ ਕਰਦਾ। ਬਾਈਬਲ ਆਖਦੀ ਹੈ ਜਦੋਂ ਉਹ ਆਪ ਨੂੰ ਸ਼ਰਾਪ ਦਿੰਦੇ ਹਨ ਤਦ ਆਪ ਨੂੰ ਉਹਨਾਂ ਨੂੰ ਆਸ਼ੀਸ਼ ਦੇਣੀ ਪੈਣੀ ਹੈ। ਜੋ ਆਪ ਨੂੰ ਸ਼ਰਾਪ ਦਿੰਦੇ ਹੈ ਉਸ ਲਈ ਆਪ ਦੀ ਆਸ਼ਾ ਪ੍ਰਕਿਰਿਆ ਕੀ ਹੁੰਦੀ ਹੈ ਕਿ ਮਸੀਹ ਤਰੀਕੇ ਨਾਲ ਆਪ ਉਹਨਾਂ ਨੂੰ ਵਾਪਸ ਸ਼ਰਾਪ ਦਿਓ। ਕੁਝ ਕੰਮ ਇਹੋ ਜਿਹੇ ਹਨ ਜੋ ਆਪ ਨਹੀਂ ਕਰ ਸਕਦੇ, ਪਰ ਆਪ ਦੇ ਮਸੀਹੀ ਤੌਰ ਤਰੀਕੇ ਵਿੱਚ ਆਪ ਕੋਲ ਆਪ ਦੇ ਛੋਟੇ-ਮੋਟੇ ਕੰਮ ਹੋਰ ਜੋ ਆਪ ਵਾਪਸ ਸ਼ਰਾਪ ਦੇਣ ਲਈ ਕਰਦੇ ਹੋ। ਮੈਨੂੰ ਪਤਾ ਹੈ ਮੈਂ ਆਪ ਸਭ ਦੇ ਵਿੱਚ ਹੀ ਰਹਿੰਦਾ ਹਾਂ। ਆਪ ਭੈੜੇ ਸ਼ਬਦ ਨਹੀਂ ਉਚਾਰ ਸਕਦੇ। ਆਪ ਬੁਰੀਆਂ ਸੋਚਾਂ ਸੋਚਦੇ ਹੋ ਅਤੇ ਘਟੀਆ ਸ਼ਬਦ ਉਚਾਰਦੇ ਹੋ। ਇਹ ਠੀਕ ਇਸੇ ਤਰ੍ਹਾਂ ਹੀ ਹੁੰਦਾ ਹੈ। ਯਿਸੂ ਜੀ ਨੇ ਆਖਿਆ ਸੀ, ਨਹੀਂ, ਜਦੋਂ ਉਹ ਆਪ ਨੂੰ ਸ਼ਰਾਪ ਦਿੰਦੇ ਹਨ, ਆਪ ਉਹਨਾਂ ਨੂੰ ਆਸ਼ੀਸ਼ ਦਿਓ। ਮੈਂ ਆਪ ਨੂੰ ਇਸ ਦੀ ਇੱਕ ਮਿਸਾਲ ਦੇਣਾ ਰੋਮੀਓ ਦੀ ਪੁਸਤਕ ਵਿੱਚ ਆਖਿਆ ਗਿਆ ਹੈ ਕਿ ਜਦੋਂ ਆਪ ਇਹ ਕੰਮ ਕਰਦੇ ਹੋ ਜੋ ਸਾਡੇ ਲਈ ਅਸੁਭਾਵਿਕ ਹਨ। ਦੂਸਰੇ ਸ਼ਬਦਾਂ ਵਿੱਚ, ਜਦੋਂ ਅਸੀਂ ਸ਼ਰਾਪ ਪਾਉਂਦੇ ਹਾਂ ਅਤੇ ਅਸੀਂ ਇਸ ਦੇ ਉਲਟ ਆਸ਼ੀਸ਼ ਦਿੰਦੇ ਹਾਂ। ਪੌਲੁਸ ਆਖਦਾ ਹੈ, ਇਹ ਅੱਗ ਦੇ ਅੰਗਿਆਰਿਆਂ ਦਾ ਢੇਰ ਉਹਨਾਂ ਦੇ ਸਿਰਾਂ ਉੱਤੇ ਲਾਉਣਾ ਹੈ। ਕਿ ਕਦੇ ਆਪਨੇ ਇਹ ਕਹਾਵਤ ਸੁਣੀ ਹੈ? ਮੈਨੂੰ ਪੂਰਾ ਭਰੋਸਾ ਹੈ ਕਿ ਆਪ ਸਭ ਪੁਰਾਣੀ ਅਤੇ ਸਭ ਤੋਂ ਸਰਲ ਵਿਆਖਿਆ ਸੀ, ਸਭ ਤੋਂ ਉੱਤਮ ਹੁੰਦੀ ਹੈ ਆਪਣੇ ਵੈਰੀ ਨਾਲ ਭਲਾਈ ਕਰਨਾ। ਉਹ ਜੋ ਸਾਨੂੰ ਸ਼ਰਾਪ ਦਿੰਦੇ ਹਨ ਉਹਨਾਂ ਨੂੰ ਆਸ਼ੀਸ਼ ਦੇਣ ਵਿੱਚ ਅਸੀਂ ਉਹਨਾਂ ਦੇ ਸਿਰਾਂ ਉੱਤੇ ਸ਼ਰਮ ਅਤੇ ਪਛਤਾਵੇ ਦੇ ਜਲ ਦੇ ਦਰਦਾਂ ਦਾ ਢੇਰ ਲਾਉਂਦੇ ਹਾਂ, ਜਿਸ ਬਾਰੇ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਅੰਤ ਵਿੱਚ ਉਹਨਾਂ ਦਾ ਇਸਤੇਮਾਲ ਉਹਨਾਂ ਨੂੰ ਆਪਣੀ ਕਿਰਪਾ ਵੱਲ ਮੋੜਨ ਲਈ ਅਗਵਾਈ ਕਰਨ ਵਾਸਤੇ ਕਰੇਗਾ। ਪੁਰਾਣੇ ਨੇਮ ਵਿੱਚ ਇੱਕ ਅਦਭੁਤ ਕਹਾਣੀ ਪਾਈ ਜਾਂਦੀ ਹੈ ਜੋ ਇਸ ਨੂੰ ਦਰਸਾਉਂਦੀ ਹੈ। ਆਪ ਇਸ ਨੂੰ ਪੂਰੀ ਤਰ੍ਹਾਂ ਜਾਣਦੇ ਹੋ। ਇਹ ਦਊਦ ਅਤੇ ਸੌਲ ਦੀ ਕਹਾਣੀ ਹੈ। ਦਊਦ ਦੇ ਉਸ ਗੁਫਾ ਵਿੱਚ ਸੌਲ ਦੇ ਬਹੁਤ ਨੇੜੇ ਹੋਣ ਤੋਂ ਬਾਅਦ ਜਦੋਂ ਉਸਨੇ ਰਾਜਾ ਦੇ ਵਸਤਰ ਦੀ ਇੱਕ ਨੁੱਕਰ ਨੂੰ ਵੀ ਕੱਟ ਲਿਆ ਸੀ, ਪਰ ਆਪਣੀ ਜ਼ਮੀਨ ਨੂੰ ਕਰਕੇ ਉਹ ਸੌਲ ਨਾਲ ਕੁਝ ਵੀ ਨਹੀਂ ਸੀ ਕਰਨ ਲੱਗਾ। ਉਹ ਤਾਂ ਇੰਨਾ ਨੇੜੇ ਢੁੱਕ ਚੁੱਕਾ ਸੀ ਕਿ ਉਹ ਤਾਂ ਉਸ ਦਾ ਸਿਰ ਵੀ ਕਲਮ ਕਰ ਸਕਦਾ ਸੀ ਅਤੇ ਇੱਕ ਕਿਰਪਾਨ ਵੀ ਉਸ ਦੇ ਆਰ-ਪਾਰ ਕਰ ਸਕਦਾ ਸੀ, ਪਰ ਉਸਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਉਸਨੇ ਤਾਂ ਬਸ ਰਾਜਾ ਸੌਲ ਦੇ ਵਸਤਰ ਦੀ ਇੱਕ ਨੁੱਕਰ ਹੀ ਕੱਟ ਕੇ ਉਸ ਨੂੰ ਚਲੇ ਜਾਣ ਦਿੱਤਾ ਸੀ। ਪਰ ਸੌਲ ਦਊਦ ਦੇ ਪਿੱਛੇ ਪਿਆ ਹੋਇਆ ਸੀ। ਇੱਕ ਸਮੇਂ ਉਹ 30,000 ਮਨੁੱਖਾਂ ਨੂੰ ਲੈ ਕੇ ਪਹਾੜਾਂ ਵਿੱਚ ਇੱਧਰ-ਉੱਧਰ ਦਊਦ ਨੂੰ ਭਾਲ ਰਿਹਾ ਸੀ। ਇਹ ਉਸ ਦੇ ਦਿਲ ਵਿੱਚ ਲੱਗੀ ਉਸ ਨਾ ਤਜਰਬੇਕਾਰ ਬਿਮਾਰੀ ਦੇ ਕਾਰਨ ਸੀ। ਉਹ ਦਊਦ ਨਾਲ ਈਰਖਾ ਕਰਦਾ ਸੀ। ਦਊਦ ਨੇ ਉਸ ਨੂੰ ਫਸਾ ਲਿਆ ਸੀ ਅਤੇ ਉਹ ਉਸ ਨੂੰ ਮਾਰ ਸਕਦਾ ਸੀ, ਪਰ ਇਸ ਤਰ੍ਹਾਂ ਕਰਨ ਦੀ ਬਜਾਏ ਉਸ ਨੇ ਰਾਜਾ ਸੌਲ ਦੇ ਵਸਤਰ ਦੀ ਇੱਕ ਨੁੱਕਰ ਹੀ ਕੱਟੀ ਸੀ। ਬਾਅਦ ਵਿੱਚ ਉਹ ਸੌਲ ਨੂੰ ਮਿਲਦਾ ਹੈ ਅਤੇ ਆਖਦਾ ਹੈ। ਇਹਦੇ ਪਿੱਛੋਂ ਦਊਦ ਵੀ ਉੱਠ ਕੇ ਉਸ ਖੁੱਦਰ ਵਿੱਚੋਂ ਨਿਕਲਿਆ ਅਤੇ ਸੌਲ ਦੇ ਪਿੱਛੇ ਹਾਕਾਂ ਮਾਰ ਕੇ ਆਖਿਆ, ਹੇ ਮੇਰੇ ਰਾਜਾ ਪਾਤਸ਼ਾਹ। ਅਤੇ ਸੌਲ ਨੇ ਪਿਛਾਂ ਭੌਂ ਕੇ ਜਾਂ ਡਿੱਠਾ ਤੇ ਦਊਦ ਨੇ ਮੂੰਹ ਭਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ। ਅਤੇ ਦਊਦ ਨੇ ਸੌਲ ਨੂੰ ਆਖਿਆ, ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਾਹਨੂੰ ਕੰਨ ਲਾਉਂਦਾ ਹੈ ਜਿਹੜੇ ਆਖਦੇ ਹਨ, ਭਾਈ ਵੇਖੋ ਦਊਦ ਤੁਹਾਡੀ ਬੁਰਾਈ ਚਾਹੁੰਦਾ ਹੈ। ਵੇਖ, ਅੱਜ ਤੂੰ ਆਪਣੀਆਂ ਅੱਖੀਆਂ ਨਾਲ ਡਿੱਠਾ ਜੋ ਯਹੋਵਾ ਨੇ ਅੱਜ ਹੀ ਕਿੱਕਰ ਤੈਨੂੰ ਖੁੱਦਰ ਦੇ ਅੰਦਰ ਮੇਰੇ ਵਾਸ ਵਿੱਚ ਕਰ ਦਿੱਤਾ ਸੀ। ਅਤੇ ਕਈਆਂ ਨੇ ਮੈਨੂੰ ਆਖਿਆ ਵੀ ਉਹਨੂੰ ਮਾਰ ਲੈ, ਪਰ ਮੇਰੀਆਂ ਅੱਖੀਆਂ ਨੇ ਤੇਰੇ ਉੱਤੇ ਤਰਸ ਖਾਧਾ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਹੀਂ ਚਲਾਵਾਂਗਾ, ਕਿਉਂ ਜੋ ਉਹ ਯਹੋਵਾ ਦਾ ਮਸਾ ਕੀਤਾ ਹੋਇਆ ਹੈ। ਹੇ ਮੇਰੇ ਪਿਤਾ, ਵੇਖ, ਇਹ ਵੀ ਵੇਖ, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ। ਮੈਂ ਜੋ ਤੇਰੀ ਚੱਦਰ ਦਾ ਪੱਲਾ ਕੱਟ ਲਿਆ, ਪਰ ਤੈਨੂੰ ਨਾ ਮਾਰਿਆ। ਸੋ ਹੁਣ ਤੂੰ ਇੱਥੇ ਹੀ
ਲੱਭ ਅਤੇ ਵੇਖ, ਜੋ ਨਾ ਮੇਰੇ ਹੱਥ ਵਿੱਚ ਖੋਟ ਹੈ ਅਤੇ ਨਾ ਹੀ ਦੋਸ਼ ਹੈ, ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੱਤੀ ਦੀ ਅੰਜੀਲ ਦੇ 5 ਅਧਿਆਏ ਦੀ 43 ਆਇਤ ਤੋਂ ਲੈ ਕੇ 47 ਆਇਤ ਤੱਕ ਦੇ ਵਚਨਾਂ ਦਾ ਅਧਿਐਨ ਕੀਤਾ। ਇਸ ਦੇ ਵਿੱਚ ਅਸੀਂ ਜਾਣਿਆ ਕਿ ਬਾਈਬਲ ਬਾਣੀ ਦੇ ਇਹਨਾਂ ਵਚਨਾਂ ਦੇ ਵਿੱਚ ਪ੍ਰਭੂ ਯਿਸੂ ਜੀ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਆਪਣੇ ਵਿਰੋਧੀਆਂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਨਾ ਚਾਹੀਦਾ ਹੈ। ਕਿ ਅਸੀਂ ਇੱਕ ਮਸੀਹੀ ਹੋਣ ਦੇ ਨਾਤੇ ਉਸ ਵਿਅਕਤੀ ਨੂੰ ਮਾਫ ਕਰ ਸਕਦੇ ਹਾਂ ਜਿਨੇ ਤੁਹਾਡੇ ਦਿਲ ਨੂੰ ਤੋੜਿਆ ਅਤੇ ਤੁਹਾਨੂੰ ਧੋਖਾ ਦਿੱਤਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਵਚਨਾਂ ਤੋਂ ਇਹ ਸਿੱਖਿਆ ਕਿ ਆਪਣੇ ਵੈਰੀਆਂ ਦੇ ਨਾਲ ਪਿਆਰ ਕਰੋ। ਸਾਨੂੰ ਆਪਣੇ ਵੈਰੀਆਂ ਦੇ ਨਾਲ ਚੰਗਾ ਵਿਵਹਾਰ ਕਰਨਾ ਚਾਹੀਦਾ। ਹਰ ਇੱਕ ਇਨਸਾਨ ਜਿਹਨੇ ਸਾਡਾ ਕੋਈ ਨਾ ਕੋਈ ਨੁਕਸਾਨ ਕੀਤਾ ਹੋਏ ਜਾਂ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਧੋਖਾ ਦਿੱਤਾ ਹੋਏ, ਸਾਨੂੰ ਉਹਨੂੰ ਪਿਆਰ ਕਰਨਾ ਹੈ। ਪ੍ਰਭੂ ਜੀ ਸਾਨੂੰ ਪੁਰਾਣੇ ਨਿਯਮਾਂ ਦੀਆਂ ਉਹਨਾਂ ਗੱਲਾਂ ਨੂੰ ਇਹ ਕਹਿ ਕੇ ਯਾਦ ਕਰਾਉਂਦੇ ਹਨ ਕਿ ਤੁਸੀਂ ਸੁਣ ਚੁੱਕੇ ਹੋ। ਇਸ ਤਰ੍ਹਾਂ ਉਹ ਕਹਿਣਾ ਚਾਹੁੰਦੇ ਹਨ ਕਿ ਜੋ ਮੈਂ ਤੁਹਾਨੂੰ ਕਹਿ ਰਿਹਾ ਉਹ ਕੋਈ ਨਵੀਂ ਗੱਲ ਨਹੀਂ ਹੈ, ਪਰ ਤੁਹਾਡੇ ਲਈ ਬਾਈਬਲ ਬਾਣੀ ਦੇ ਵਿੱਚ ਕਰਨ ਨੂੰ ਪਹਿਲਾਂ ਤੋਂ ਹੀ ਲਿਖੀ ਹੋਈ ਹੈ। ਹਾਂ, ਇਹਨੂੰ ਕਰਨਾ ਮੁਸ਼ਕਿਲ ਜ਼ਰੂਰ ਹੋ ਸਕਦਾ ਹੈ, ਪਰ ਦੋਸਤੋ ਯਾਦ ਰੱਖੋ, ਪ੍ਰਭੂ ਸਾਡੇ ਨਾਲ ਹੈ ਅਤੇ ਪੁਰਾਣੀ ਗੱਲਾਂ ਨੂੰ ਭੁੱਲ ਕੇ ਅੱਗੇ ਵਧਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਹੁਣ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਅਧਿਐਨ ਦਾ ਬਾਕੀ ਹਿੱਸਾ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਦਿਆਲੂ ਕਿਰਪਾਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਹਾਂ। ਧੰਨਵਾਦ ਦਿੰਦੇ ਆ ਅੱਜ ਦੇ ਅੱਛੇ ਵਚਨ ਵਾਸਤੇ, ਜਿਸ ਦੇ ਵਿੱਚ ਤੁਸੀਂ ਸਾਨੂੰ ਸਿਖਾਇਆ ਕਿ ਅਸੀਂ ਆਪਣੇ ਸਤਾਉਣ ਵਾਲਿਆਂ ਵਾਸਤੇ ਪ੍ਰਾਰਥਨਾ ਕਰੀਏ। ਜਿਨ੍ਹਾਂ ਨੇ ਸਾਨੂੰ ਧੋਖਾ ਦਿੱਤਾ ਉਹਨਾਂ ਨੂੰ ਅਸੀਂ ਮਾਫ ਕਰੀਏ ਅਤੇ ਉਹਨਾਂ ਨੂੰ ਅਸੀਂ ਪਿਆਰ ਕਰੀਏ। ਪਿਆਰੇ ਪਿਤਾ ਪਰਮੇਸ਼ਵਰ, ਇਹ ਸੱਚਮੁੱਚ ਇੱਕ ਮੁਸ਼ਕਿਲ ਗੱਲ ਹੈ। ਜਿਨ੍ਹਾਂ ਨੇ ਸਾਡੇ ਦਿਲਾਂ ਨੂੰ ਤੋੜਿਆ, ਜਿਨ੍ਹਾਂ ਤੇ ਅਸੀਂ ਭਰੋਸਾ ਕੀਤਾ ਔਰ ਉਹਨਾਂ ਨੇ ਸਾਨੂੰ ਧੋਖਾ ਦਿੱਤਾ, ਪ੍ਰਭੂ ਜੀ, ਜੋ ਨਫ਼ਰਤ, ਜੋ ਕੜਵਾਹਟ ਉਹਨਾਂ ਦੇ ਇਸ ਕਾਰਜ ਕਰਕੇ ਸਾਡੇ ਜੀਵਨਾਂ 'ਚ ਹੈ, ਉਹਨੂੰ ਕੱਢਣਾ ਸੱਚਮੁੱਚ ਮੁਸ਼ਕਿਲ ਹੈ। ਪਰ ਪਰਮੇਸ਼ਰ ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰ ਸਕਦੇ ਹਾਂ ਕਿ ਜੋ ਚੀਜ਼ ਇਨਸਾਨ ਵਾਸਤੇ ਮੁਸ਼ਕਿਲ ਹੈ ਉਹ ਤੁਹਾਡੇ ਵਾਸਤੇ ਕੋਈ ਮੁਸ਼ਕਿਲ ਨਹੀਂ ਹੈ। ਪਿਤਾ ਪ੍ਰਭੂ ਜੀ, ਸਾਡੇ ਦਿਲਾਂ ਨੂੰ ਤੁਸੀਂ ਆਪਣੇ ਲਹੂ ਦੇ ਦੁਆਰਾ ਸਾਫ਼ ਕਰੋ। ਜੋ ਵੀ ਨਫ਼ਰਤ, ਜੋ ਵੀ ਪ੍ਰਭੂ ਜੀ ਕਿਸੇ ਦੇ ਪ੍ਰਤੀ ਘਿਰਨਾ ਸਾਡੇ ਦਿਲਾਂ ਵਿੱਚ ਪਾਈ ਜਾਂਦੀ ਹੈ, ਉਹਨੂੰ ਪੂਰੀ ਤਰ੍ਹਾਂ ਯਿਸੂ ਜੀ ਦੇ ਲਹੂ ਨਾਲ ਸ਼ੁੱਧ ਕਰ ਦਿਓ। ਪਿਆਰੇ ਪਿਤਾ ਪਰਮੇਸ਼ਰ, ਸਾਡੇ ਜੀਵਨਾਂ ਨੂੰ ਬਦਲ ਦਿਓ ਤਾਂ ਕਿ ਅਸੀਂ ਤੁਹਾਡੀ ਬਾਣੀ ਦੇ ਮੁਤਾਬਿਕ, ਯਿਸੂ ਮਸੀਹ ਦੀ ਮਰਜ਼ੀ ਦੇ ਮੁਤਾਬਿਕ ਆਪਣੇ ਸ਼ਤਰੂਆਂ ਨੂੰ, ਆਪਣੇ ਵਿਰੋਧੀਆਂ ਨੂੰ, ਆਪਣੇ ਸਤਾਉਣ ਵਾਲਿਆਂ ਨੂੰ, ਆਪਣੇ ਧੋਖਾ ਦੇਣ ਵਾਲਿਆਂ ਨੂੰ ਮਾਫ ਕਰ ਸਕੀਏ। ਪ੍ਰਭੂ ਜੀ, ਕੋਈ ਵੀ ਚੀਜ਼ ਇਹੋ ਜਿਹੀ ਨਾ ਰਹੇ ਜਿਹਦੇ ਕਰਕੇ ਪ੍ਰਭੂ ਜੀ ਤੁਹਾਡਾ ਸਵਰਗੀ ਆਨੰਦ ਸਾਡੇ ਜੀਵਨ ਦੇ ਵਿੱਚੋਂ ਖੋਇਆ ਜਾ ਸਕੇ। ਧੰਨਵਾਦ ਦਿੰਦੇ ਆ ਪਿਤਾ ਪਰਮੇਸ਼ਰ ਕਿ ਸਾਡੀ ਪ੍ਰਾਰਥਨਾ ਨੂੰ ਤੁਸੀਂ ਸੁਣਿਆ, ਸਾਡੇ ਤੇ ਕਿਰਪਾ ਕੀਤੀ ਔਰ ਸਾਨੂੰ ਹਿੰਮਤ ਬਖਸ਼ੀ ਤਾਂ ਕਿ ਅਸੀਂ ਆਪਣੇ ਸਤਾਉਣ ਵਾਲਿਆਂ ਨੂੰ ਮਾਫ ਕਰ ਸਕੀਏ, ਉਹਨਾਂ ਦੇ ਲਈ ਪ੍ਰਾਰਥਨਾ ਕਰ ਸਕੀਏ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।